यूरोप जाते हुए डूबने वाली कश्ती में सवार वो नौजवान जिसके सामने लोग समुंदर में फेंके गए। ਬਿਲਕੁਲ ਬਕਾਰ ਜੀ ਸ਼ਿਪ ਸੀ। ਉਹਨਾਂ ਨੇ 150 160 ਬੰਦੇ ਨੂੰ ਉਹ ਸ਼ਿਪ ਦੇ ਵਿੱਚ ਵਾੜ ਦਿੱਤਾ। ਡਰਾਈਵਰ ਸੀ ਉਹਨਾਂ ਦਾ, ਉਹਨਾਂ ਬੜੀ ਭੈੜੀ ਘੱਟ ਕਰਾਂਦਾ ਹੁੰਦਾ ਸੀ। 3-4 ਦਿਨਾਂ ਦੇ ਵਿੱਚ ਉਹਨੇ 40 ਤੋਂ 50 ਬੰਦੇ ਸਾੜ ਦਿੱਤੇ ਸੀ। किस तरह डंकी लगाई जाती है और किन रास्तों का इस्तेमाल किया जाता है, क्या पस मंज़र होता है डंकी लगाने वालों का, इससे जानते हैं, बात करते हैं। अरफान मैनू यह दसो कि डंकी लाने का प्लान किवें बनिया तुहाडा? ਡੰਕੀ ਲਾਉਣ ਦਾ ਪਲਾਨ ਸਾਡਾ ਇਸ ਤਰੀਕੇ ਨਾਲ ਬਣਿਆ ਕਿ ਸਾਡੇ ਯਾਰ ਬੇਲੀ ਸਾਰੇ ਬਾਹਰ ਗਏ ਸੀ ਯੂਰਪ ਕੰਟਰੀਆਂ ਦੇ ਵਿੱਚ। ਕੋਈ ਐਸੇ ਦੋਸਤ ਹੀ ਸਾਨੂੰ ਕਹਿੰਦੇ ਸੀ ਕਿ ਅਸੀਂ ਬੜਾ ਪੈਸਾ ਕਮਾ ਰਹੇ ਹਾਂ। ठीक है। ਤੇ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਪੈਸਾ ਕਮਾਈਏ। ਔਰ ਏਜੰਟ ਨੇ ਸਾਨੂੰ ਜਿਸ ਟਾਈਮ ਕਿਹਾ ਸੀ ਕਿ ਤੁਹਾਨੂੰ ਇਸ ਤਰੀਕੇ ਨਾਲ ਤੁਹਾਨੂੰ ਹਰ ਸਹੂਲਤ ਮੁਹੱਈਆ ਕੀਤੀ ਜਾਏਗੀ, ਸਾਨੂੰ ਉਹਨਾਂ ਨੇ ਬੜੇ ਸਬਜ਼ ਬਾਗ ਵਹਾਏ। ਸਾਨੂੰ ਉਹਨਾਂ ਨੇ ਬੁਲਾਇਆ, ਕੋਇਟਾ ਬੁਲਾਇਆ ਸਾਨੂੰ। ਏਜੰਟ ਨੇ ਕਿਹਾ ਕਿ ਤੁਸੀਂ ਕੋਇਟਾ ਆਓ। ਅਸੀਂ 5-6 ਮੁੰਡੇ ਹੈਗੇ ਸੀ, ਸਾਰਿਆਂ ਨੇ ਅਸੀਂ ਥੋੜੇ ਪੈਸੇ ਇਕੱਠੇ ਕੀਤੇ। ਉਹਨੇ ਸਾਨੂੰ ਕਿਹਾ ਸੀ ਕਿ 5 ਲੱਖ ਰੁਪਈਆ। ਸਾਡੇ ਵਾਲਿदैन ਗਰੀਬ ਸੀ, ਪੈਸੇ ਨਹੀਂ ਸੀ ਇੰਨੇ ਇਕੱਠੇ ਹੋ ਰਹੇ। ਅਸੀਂ ਉਹਨਾਂ ਨੂੰ ਬੜਾ ਮਜਬੂਰ ਕੀਤਾ ਕਿ ਸਾਨੂੰ ਜਿੱਥੋਂ ਮਰਜ਼ੀ ਪੈਸੇ ਕਰਕੇ ਦਿਓ। ਮਕਾਨ ਹੈ ਅਸੀਂ ਇੱਕ ਰਿਹਾਇਸ਼ ਵਾਸਤੇ, ਅਸੀਂ ਉਹਨਾਂ ਨੂੰ ਇੰਨਾ ਤੰਗ ਕੀਤਾ ਕਿ ਉਹ ਜਗ੍ਹਾ ਅਸੀਂ ਵਿਕਵਾ ਦਿੱਤੀ। ठीक है। ਉਹ ਅਸੀਂ ਏਜੰਟ ਨੂੰ ਪੈਸੇ ਦੇ ਦਿੱਤੇ ਕਿ ਅਸੀਂ ਆਪਣੀ ਦੁਬਾਰਾ ਬਣਾ ਲਾਂਗੇ ਪੈਸਾ ਕਮਾ ਕੇ। अच्छा, तुसी किन्ने जने इत्थों गए डंकी लाने वास्ते? ਅਸੀਂ ਇੱਥੋਂ ਗਏ ਸਾਂ 6-7 ਜਣੇ ਅਸੀਂ ਹੈਗੇ ਸੀ ਇੱਥੋਂ, ठीक है। ਕਿ ਜਿਹੜੇ ਸਾਡੇ ਕਰੀਬ ਜ਼ਿਲ੍ਹਿਆਂ ਦੇ ਹੈਗੇ ਸੀ। ठीक है। ਜਿਸ ਟਾਈਮ ਅਸੀਂ ਕੋਇਟਾ ਪਹੁੰਚੇ ਆ, ਜਿੱਥੇ ਅਸੀਂ ਸਟੇ ਕੀਤਾ, ਉੱਥੇ ਜਿਸ ਟਾਈਮ ਅਸੀਂ ਜਾ ਕੇ ਵੇਖਿਆ, ਉਸ ਟਾਈਮ ਕੋਈ 8-10 ਬੰਦੇ ਹੋ ਰਿਹਾ ਸੀ। 6-7 ਉਹੀ ਏਜੰਟ ਨੇ ਬੁਲਾਏ ਸਨ ਜਿਨ੍ਹਾਂ ਨੇ ਤੁਹਾਨੂੰ ਬੁਲਵਾਇਆ? ਉਹੀ ਏਜੰਟ ਨੇ ਬੁਲਾਏ ਸੀ ਸਾਨੂੰ। 6-7 ਅਸੀਂ ਸੀ, ਕੋਈ 8-9 ਜਣੇ ਉਹ ਆਇਆ ਸੀ। ठीक है। ਜਿਸ ਟਾਈਮ ਅੱਗੇ ਜਾ ਕੇ ਵੇਖਿਆ ਕਿ ਕਮਰਾ, ਅਸੀਂ ਉੱਥੇ 10-15 ਜਣੇ ਹੋ ਗਏ ਆ। ਇੱਕ ਕਮਰੇ ਦੇ ਵਿੱਚ 10-15 10-15 ਜਣੇ ਹੋ ਗਏ ਆ। ਉਹ ਕਿਸ ਤਰ੍ਹਾਂ ਇੱਕ ਕਮਰੇ ਦੇ ਵਿੱਚ 10-15 ਬੰਦਿਆਂ ਨੂੰ ਰੱਖਿਆ ਹੁੰਦਾ? ਦੇਖੋ ਜੀ, ਉਹਨਾਂ ਨੇ ਸਾਨੂੰ ਸਾਰੀਆਂ ਸਹੂਲਤਾਂ ਦੇਣੀਆਂ ਸੀ। ਜਿਸ ਟਾਈਮ ਅਸੀਂ ਉਹਨਾਂ ਦੇ ਹੈਂਡਓਵਰ ਹੋ ਗਏ, ਉਹਨਾਂ ਨੇ ਸਾਡੇ ਲਈ ਤਵੱਜੋ ਨਹੀਂ ਦਿੱਤੀ। ਪੈਸੇ ਉਹਨਾਂ ਦੇ ਹੈਂਡਓਵਰ ਹੋ ਗਏ, ਅਸੀਂ ਉਹਨਾਂ ਦੇ ਹੈਂਡਓਵਰ ਹੋ ਗਏ। ਸਾਡੇ ਜਿੰਨੇ ਡਾਕੂਮੈਂਟ ਹੈਗੇ ਸੀ ਨਾ, ਸਾਰੇ ਉਹਦੇ ਕੋਲ ਸੀ। ਠੀਕ ਹੈ। ਤੇ ਅਸੀਂ ਉਹਦੇ ਮੁਤਹਿਦ ਸਾਂ, ਜਿਵੇਂ ਉਹਨੇ ਕਹਿਣਾ ਸੀ ਅਸੀਂ ਉਂਝ ਹੀ ਕਰਨਾ ਸੀ। ਠੀਕ ਹੈ। ਉਸ ਤੋਂ ਬਾਅਦ ਅਸੀਂ ਗੁਜ਼ਾਰਾ ਕਰਦੇ ਰਹੇ 6-7 ਦਿਨ। ਅਸੀਂ ਬੜੀ ਮੁਸ਼ਕਲ ਨਾਲ ਇੱਥੇ ਗੁਜ਼ਾਰੇ ਨੇ, ਕਦੀ ਪਾਣੀ ਪੀ ਕੇ, ਚਨੇ ਖਾ ਕੇ, ਕੋਈ ਸਾਡੇ ਵਾਸਤੇ ਸਹੂਲਤ ਨਹੀਂ ਖਾਣ ਪੀਣ ਦੀ। ਉਸ ਤੋਂ ਬਾਅਦ ਉਹਨੇ ਇੱਕ ਗੱਡੀ ਲੈ ਕੇ ਆਇਆ, ਔਰ ਇੱਕ ਗੱਡੀ ਦੇ ਵਿੱਚ 6-7 ਜਣੇ ਬਹਿ ਸਕਦੇ ਸੀ। ਲੇਕਿਨ ਉਹਨੇ ਇਸ ਚੀਜ਼ ਦਾ ਅਹਿਸਾਸ ਨਹੀਂ ਕੀਤਾ ਹੈਗਾ। ਉਹਨੇ ਭੇਡ ਬੱਕਰੀਆਂ ਦੇ ਵਾਕੂ ਵਿੱਚ ਤੋਨ ਦਿੱਤੇ ਨੇ ਕਿ ਤੁਸੀਂ ਬਸ ਕਵਰ ਕੀਤਾ ਉਹਨੇ ਸਾਨੂੰ ਕਿ ਜਿਸ ਤਰੀਕੇ ਵੀ ਜਾਂਦੇ ਨੇ ਚਲੇ ਜਾਣ। ਇੱਕ ਗੱਡੀ ਦੇ ਵਿੱਚ ਕਿੰਨੇ ਉਹਨੇ ਬੰਦੇ ਐਡਜਸਟ ਕਰ ਦਿੱਤੇ? ਇੱਕ ਗੱਡੀ ਦੇ ਵਿੱਚ 12 ਤੋਂ 13 ਜਣੇ ਅਸੀਂ ਸੀ, ਇੱਕ ਡਰਾਈਵਰ ਸੀ, ਇੱਕ ਹੋਰ ਖੁਦ ਹੈਗਾ ਸੀ ਆਪ। ਔਰ 14-15 ਬੰਦੇ ਇੱਕ ਗੱਡੀ ਦੇ ਵਿੱਚ ਐਡਜਸਟ ਕਰ ਦਿੱਤੇ। 15 ਬੰਦੇ, ਤਕਰੀਬਨ 15 ਬੰਦੇ ਆਏ ਸੀ। ਉਹ ਜਿਨ੍ਹਾਂ ਦੇ ਵਿੱਚੋਂ 7 ਤੇ ਉਹਨੇ ਡਿੱਕੀ ਦੇ ਵਿੱਚ ਪਾ ਦਿੱਤੇ ਸੀ। ਉਹਨਾਂ ਡਿੱਕੀ ਦੇ ਵਿੱਚ ਖੁਦ ਅਸੀਂ ਆਪ ਸ਼ਾਮਲ ਸਾਂ। ਸਾਡਾ ਉੱਥੇ ਤਾਂ ਸਾਹ ਹੀ ਨਹੀਂ ਸੀ ਨਿਕਲਦਾ। ਇੱਕ ਦੂਸਰੇ ਦੇ ਨਾਲ ਇਸ ਤਰੀਕੇ ਨਾਲ ਚਿਪਕੇ ਪਏ ਸਾਂ ਕਿ ਸਾਨੂੰ ਕੁਝ ਖੁਦ ਨੂੰ ਨਹੀਂ ਸੀ ਸਮਝ ਆ ਰਹੀ ਕਿ ਅਸੀਂ ਕਿੱਥੇ ਜਾ ਰਹੇ ਹਾਂ, ਅਸੀਂ ਕਿਹੜੀ ਜਗ੍ਹਾ ਤੇ, ਕੀ ਹੋ ਰਿਹਾ ਸਾਡੇ ਨਾਲ। ਅੱਛਾ, ਤੁਹਾਨੂੰ ਗੱਡੀ ਦੇ ਵਿੱਚ ਬਿਠਾ ਕੇ ਫਿਰ ਕਿੱਥੇ ਲੈ ਕੇ ਗਏ? ਸਾਨੂੰ ਗੱਡੀ ਦੇ ਵਿੱਚ ਬਾ ਕੇ ਰਾਤ ਹੋ ਗਈ ਹੈ। ਗੱਡੀ ਤੇ ਸਾਨੂੰ ਉਤਾਰਿਆ, ਇੱਕ ਪਹਾੜੀ ਜੀ ਨਜ਼ਰ ਆਉਂਦੀ ਸੀ। ਪਹਾੜੀ ਜੇ ਤੇ ਸਾਨੂੰ ਉਹਨੇ ਲਿਜਾ ਕੇ ਬਿਠਾ ਦਿੱਤਾ ਕਿ ਤੁਸੀਂ ਇੱਥੋਂ ਹਿੱਲਣਾ ਨਹੀਂ। ਜਿਸ ਟਾਈਮ ਤੁਹਾਨੂੰ ਇਸ਼ਾਰਾ ਕਰਨਾ ਹੈ ਤੁਸੀਂ ਦੌੜ ਲਾ ਦੇਣੀ। ਸਾਨੂੰ ਉਹਨੇ ਆਵਾਜ਼ ਲਾਈ ਕਿ ਦੌੜ ਲਾ ਦਿਓ। ਅਸੀਂ ਇਸ ਤਰੀਕੇ ਨਾਲ ਦੌੜ ਲਾਈ ਹੈ। ਵਿੱਚੋਂ ਅਸੀਂ ਡਿੱਗੇ ਵੀ ਹਾਂ, ਅਸੀਂ ਗੋਡੇ ਵੀ ਆਪਣੇ ਚਲਾਏ ਨੇ, ਲੇਕਿਨ ਅਸੀਂ ਦੌੜ ਗਏ ਹਾਂ। ਅਸੀਂ ਬਾਰਡਰ ਕ੍ਰਾਸ ਕੀਤਾ। ਅਸੀਂ ਪਾਕਿਸਤਾਨ ਦਾ ਹੀ ਬਾਰਡਰ ਬੜੀ ਮੁਸ਼ਕਲ ਪਾਰ ਕੀਤਾ। ਜਿਸ ਟਾਈਮ ਅਸੀਂ ਬਾਰਡਰ ਪਾਰ ਕਰ ਰਿਹਾ, ਅਸੀਂ ਈਰਾਨ ਪਹੁੰਚ ਗਏ ਹਾਂ। ਠੀਕ ਹੈ। ਈਰਾਨ ਦਾ ਅੱਗੇ ਹੈਗਾ ਸੀ ਉਹਨਾਂ ਦਾ ਬੰਦਾ, ਸਾਡੇ ਇਸ ਏਜੰਟ ਨੇ ਅੱਗੇ ਸਾਨੂੰ ਸੇਲ ਕਰਤਾ। ਈਰਾਨ ਸਾਨੂੰ ਉਹਨੇ ਕੋਈ 10-15 ਦਿਨ ਨਾਲ ਉੱਥੇ ਈਰਾਨ 'ਚ ਰੱਖਿਆ। ਤੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਸੀ। 10-15 ਦਿਨਾਂ ਦੇ ਵਿੱਚ ਸਾਡੇ ਕੋਲ ਉਹਨੇ 2 ਜਾਂ 3 ਚੱਕਰ ਲਾਏ ਹੋਣੇ ਨੇ। ਕਦੇ ਉਹਨੇ ਪੁੱਛਿਆ ਨਹੀਂ ਹੈਗਾ ਕੋਈ ਚੀਜ਼ ਖਾਧੀ ਹੈ ਜਾਂ ਨਹੀਂ ਖਾਧੀ, ਪਾਣੀ। ਅੱਲਾਹ ਪਾਕ ਮਾਫ ਕਰੇ ਕਿ ਅਸੀਂ ਬੜਾ ਹੀ ਇੰਤਹਾਈ ਖਤਰਨਾਕ ਸਫ਼ਰ ਉਹ ਕੀਤਾ। ਤੇ ਉਹਦੇ ਵਿੱਚ ਸਾਨੂੰ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਔਰ ਥੋੜ੍ਹੇ ਜਿਹੇ ਚਨੇ ਹੁੰਦੇ ਸੀ ਕਿ ਜਿਹੜੇ ਅਸੀਂ 10-15 ਬੰਦੇ ਖਾ ਕੇ ਇੱਕ ਦਿਨ ਖਾਧੇ, ਅਗਲੇ ਦਿਨ ਨਹੀਂ ਖਾਧੇ। ਬਸ ਇਸ ਤਰੀਕੇ ਦੇ ਨਾਲ ਅਸੀਂ ਉਹ 10-15 ਦਿਨ ਬੜੀ ਮੁਸ਼ਕਲ ਦੇ ਨਾਲ ਗੁਜ਼ਾਰੇ ਨੇ। ਉੱਥੇ ਅਸੀਂ 10-15 ਨਹੀਂ ਸੀ ਰਹਿ ਗਿਆ, ਉੱਥੇ 80 ਤੋਂ 90 ਬੰਦੇ ਹੋ ਗਿਆ ਸੀ। ਇਸ ਤਰੀਕੇ ਨਾਲ ਕਰਦੇ ਕਰਦੇ ਉਹਨੇ ਨਾ 10-15 ਦਿਨ ਗੁਜ਼ਾਰ ਦਿੱਤੇ। ਜਿਸ ਟਾਈਮ ਅਗਰ ਸਾਨੂੰ ਜਾਣ ਦੀ ਤਿਆਰੀ ਦੇ ਵਿੱਚ ਇੱਕ ਗੱਡੀ ਸੀ, ਉਹਦੇ ਵਿੱਚ ਅਸੀਂ 60-70 ਬੰਦਿਆਂ ਨੂੰ ਉਹਨੇ ਵਿੱਚ ਕਵਰ ਕਰਨਾ ਸੀ। ਇੱਕ ਗੱਡੀ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਕਵਰ ਹੋ ਸਕਦੇ ਸੀ? ਅਸੀਂ ਆਪ ਖੁਦ ਪਰੇਸ਼ਾਨ ਹੋ ਗਿਆ ਵੇਖ ਕੇ, ਯਾਰ ਇਹ ਤੇ ਉਸ ਤੋਂ ਵੀ ਜ਼ਿਆਦਾ ਖਤਰਨਾਕ ਸਫ਼ਰ ਹੋ ਰਿਹਾ ਸਾਡੇ ਵਾਸਤੇ। ਉਹਨਾਂ ਨੇ ਕਿਹਾ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਤਾਂ ਜਿਸ ਤਰੀਕੇ ਮਰਜ਼ੀ ਕਵਰ ਹੋਵੋ। ਅਸੀਂ ਤੁਹਾਨੂੰ ਨਹੀਂ ਕਹਿਣਾ ਹੈਗਾ ਕਿ ਇੰਜ ਹੋਈਓ ਤੇ ਇੰਜ ਹੋਈਓ।
20 ਕੁ ਬੰਦੇ ਉਹਨਾਂ ਨੇ ਆਪਣੇ ਤਰੀਕੇ ਨਾਲ ਵਾੜੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਸ ਤਰੀਕੇ ਅਸੀਂ ਵਾੜੀਏ ਗੱਡੀ ਦੇ ਵਿੱਚ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜਿਹਨੇ ਜਾਣਾ ਚਾਹੁੰਦਾ ਉਹ ਗੱਡੀ ਦੇ ਵਿੱਚ ਖੁਦ ਐਡਜਸਟ ਹੋਵੇ, ਠੀਕ ਹੈ, ਤਾਂ ਇਹ ਜ਼ਿੰਦਾ ਰਵੇ ਮਰੇ ਉਹਦੀ ਸਿਰ ਪੀੜ। ਆਪਣਾ ਸਾਹ ਲੈਣਾ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਸਾਡਾ ਸਾਹ ਨਿਕਲ ਰਿਹਾ, ਠੀਕ ਹੈ, ਤੇ ਅਸੀਂ ਹਿੰਮਤ ਕਰਕੇ ਵਿੱਚ ਵੜ ਗਏ ਹਾਂ। ਠੀਕ ਹੈ। ਅੱਗੇ ਸਾਨੂੰ ਇਰਾਨ ਦਾ ਬਾਰਡਰ ਸਾਡਾ ਉਹਨੇ ਪਾਰ ਕਰਾਇਆ, ਤੁਰਕੀ ਲੈ ਗਿਆ ਸਾਨੂੰ। ਤੁਰਕੀ ਅਸੀਂ ਕੁਛ ਦਿਨ ਠਹਿਰੇ ਹਾਂ। ਜਿਸ ਟਾਈਮ ਅੱਗੇ ਜਾ ਕੇ ਅਸੀਂ ਸਾਹ ਲਿਆ, ਅੱਲਾਹ ਪਾਕ ਦਾ ਸ਼ੁਕਰ ਕੀਤਾ, ਸਾਡੇ 'ਚ ਹਿੰਮਤ ਨਹੀਂ ਸੀ ਹੈ ਕਿ ਅਸੀਂ ਇੱਕ ਕਦਮ ਹੀ ਚੱਲ ਸਕੇ। 2-3 ਦਿਨ ਤਾਂ ਸਾਨੂੰ ਖੁਦ ਨੂੰ ਨਹੀਂ ਸੀ ਹੋਸ਼ ਆਉਂਦੀ, ਨਾ ਸਾਨੂੰ ਖਾਣ ਦਾ ਪਤਾ ਸੀ ਨਾ ਪੀਣ ਦਾ। ਬਸ ਇਹ ਸੀ ਕਿ ਕਿਸੇ ਤਰੀਕੇ ਉਹਨਾਂ ਦਿਲ ਕਰਦਾ ਸੀ ਕਿ ਵਾਪਸ ਚਲੇ ਜਾਈਏ, ਸਾਨੂੰ ਕੋਈ ਐਸਾ ਟਾਈਮ ਹੋਵੇ ਕਿ ਅਸੀਂ ਆਪਣੇ ਪਾਕਿਸਤਾਨ ਵਾਪਸ ਚਲੇ ਜਾਈਏ। 4-5 ਦਿਨ ਤੋਂ ਬਾਅਦ ਸਾਨੂੰ ਹੋਸ਼ ਆਉਣ ਲੱਗੀ ਹੈ ਕਿ ਅਸੀਂ ਜ਼ਿੰਦਾ ਵੀ ਆਏ ਹਾਂ, ਸਾਡੇ ਹੱਥ ਪੈਰ ਕੰਮ ਕਰਦੇ ਨੇ। ਇਸ ਤਰੀਕੇ ਦੇ ਵਿੱਚ ਅਸੀਂ ਗੱਡੀ ਦੇ ਵਿੱਚ ਐਡਜਸਟ ਹੋਏ ਹਾਂ, ਵੜੇ ਹਾਂ। ਬੜਾ ਹੀ ਮੁਸ਼ਕਲ ਸੀ। ਤੁਰਕੀ ਜਾ ਕੇ ਅਸੀਂ ਕੋਈ ਆਰਾਮ ਕੀਤਾ। ਅੱਛਾ, ਤੁਸੀਂ ਤੁਰਕੀ ਪਹੁੰਚ ਗਏ। ਤੁਰਕੀ ਦਾ ਅੱਗੇ ਦਾ ਸਫ਼ਰ ਦੱਸੋ, ਉਹ ਕਿਵੇਂ ਰਿਹਾ? ਉਹ ਕਿੰਜ ਦਾ ਸਫ਼ਰ ਸੀ? ਉਹ ਆਸਾਨੀ ਦਾ ਸਫ਼ਰ ਸੀ? ਨਹੀਂ ਜੀ ਨਹੀਂ, ਉਹ ਤਾਂ ਜ਼ਿੰਦਗੀ ਮੌਤ ਦਾ ਆਖਰੀ ਸਫ਼ਰ ਸੀ। ਉਹ ਤਾਂ ਸਾਰਿਆਂ ਤੋਂ ਖਤਰਨਾਕ ਸਫ਼ਰ ਉਹ ਸੀ। ਉਹ ਸਮੁੰਦਰੀ ਰਸਤੇ ਦਾ ਸਫ਼ਰ ਸੀ। ਦੇਖੋ ਇੱਥੇ ਜ਼ਮੀਨੀ ਰਸਤੇ ਹੈਗੇ ਸੀ, ਡਿੱਗਦਾ ਹੀ ਬੰਦਾ ਖੜਾ ਹੁੰਦਾ ਸੀ, ਸੱਟ ਲੱਗਦੀ ਸੀ, ਸਹੀ ਰਹਿ ਜਾਂਦਾ ਸੀ। ਤੇ ਸਮੁੰਦਰੀ ਰਸਤੇ ਦਾ ਸਫ਼ਰ ਹੈਗਾ ਸੀ ਸਾਰਾ ਸਮੁੰਦਰ ਦਾ। ਔਰ ਸਾਨੂੰ ਉਹ ਜਿਹੜੀ ਸ਼ਿਪ ਦੇ ਕੋਲ ਲੈ ਗਿਆ, ਉਹ ਸ਼ਿਪ ਬਿਲਕੁਲ ਬੇਕਾਰ ਜੀ ਸ਼ਿਪ ਸੀ। ਅਸੀਂ ਇੱਥੇ 150 ਬੰਦਾ ਤੋਂ ਇਸ ਤੋਂ ਉੱਤੇ ਬੰਦੇ ਹੋਣੇ ਸੀ ਜਿਹੜੀ ਸ਼ਿਪ ਦੇ ਵਿੱਚ ਅਸੀਂ ਜਾ ਕੇ ਉਹ ਸ਼ਿਪ ਵਿੱਚ ਬਹਿਣਾ ਸੀ। ਉਹ ਸ਼ਿਪ ਮੇਰੇ ਖਿਆਲ ਨਾਲ 40 ਤੋਂ 50 ਬੰਦਿਆਂ ਦੀ ਸ਼ਿਪ ਹੈਗੀ ਸੀ, ਜਿਹੜੇ ਉਹਨੇ ਜਿਸ ਤਰੀਕੇ ਕਰਕੇ ਨਾ ਉਹਨਾਂ ਨੇ 150-160 ਬੰਦੇ ਨੂੰ ਉਹ ਸ਼ਿਪ ਦੇ ਵਿੱਚ ਵਾੜ ਦਿੱਤਾ। ਸ਼ਿਪ ਉਹਨਾਂ ਨੇ 2-3 ਦਿਨ ਚਲਾਉਂਦੇ ਰਹੇ ਨੇ। ਉਹ ਡਰਾਈਵਰ ਸੀ ਉਹਨਾਂ ਦਾ ਵੱਲਾ ਆਲਮ, ਉਹਨਾਂ ਨੇ ਸਿਖਾਇਆ ਸੀ ਕੀ ਚੱਕਰ ਸੀ। ਉਹਨਾਂ ਬੜੀ ਭੈੜੀ ਕੱਟ ਕਰਾਉਂਦਾ ਹੁੰਦਾ ਸੀ, ਜਿਸ ਦਫਾ ਵੀ ਉਹ ਕੱਟ ਕਰਾਉਂਦਾ ਸੀ ਵਿੱਚ 2-4 ਬੰਦੇ ਡਿੱਗ ਜਾਂਦੇ ਹੁੰਦੇ ਸੀ, ਸਮੁੰਦਰ 'ਚ ਡਿੱਗ ਜਾਂਦੇ ਸੀ। ਸਮੁੰਦਰ ਦੇ ਵਿੱਚ ਡਿੱਗ ਜਾਂਦੇ ਸੀ। ਸਾਨੂੰ ਇੰਝ ਲੱਗਦਾ ਸੀ ਕਿ ਜਿਸ ਤਰੀਕੇ ਜਾਣ ਕੇ ਡਿੱਗ ਰਿਹਾ, ਔਰ ਇਹ ਆਸਤਾ ਆਸਤਾ ਨਾਲ ਸਾਰਿਆਂ ਨੂੰ ਡਿੱਗ ਦੇਣਾ। ਔਰ ਅਸੀਂ ਬੜੀ ਹਿੰਮਤ ਦੇ ਨਾਲ ਆਪਣੇ ਆਪ ਨੂੰ ਕਾਇਮ ਰੱਖਿਆ, ਬੜੀ ਮਜ਼ਬੂਤੀ ਦੇ ਨਾਲ ਫੜੀ ਰੱਖਿਆ। ਔਰ 3-4 ਦਿਨਾਂ ਦੇ ਵਿੱਚ ਉਹਨੇ 40 ਤੋਂ 50 ਬੰਦੇ ਸਾੜ ਦਿੱਤੇ ਸੀ। ਉਹ ਪਾਣੀ ਦੇ ਵਿੱਚ ਕੋੜ ਨੂੰ ਇੰਝ ਦੂਰੀ ਕਰ ਦਿੰਦਾ ਹੁੰਦਾ ਸੀ ਕਿ ਵਿੱਚ 1-2 ਬੰਦੇ ਨਾ ਡਿੱਗਣ, ਤਕਰੀਬਨ 40-50 ਬੰਦੇ ਡਿੱਗ ਜਾਣ। ਇਸ ਤਰੀਕੇ ਨਾਲ ਉਹ ਕਰਦਾ ਸੀ। ਤੇ ਜਿਸ ਟਾਈਮ ਅਸੀਂ ਉਹਨੂੰ ਆਵਾਜ਼ ਲਾਉਂਦੇ ਸਾਂ, ਨਹੀਂ ਮੈਂ ਜਾਣ ਕੇ ਨਹੀਂ ਕਰ ਰਿਹਾ, ਇਹ ਲਹਿਰ ਦੀ ਵਜ੍ਹਾ ਤੋਂ ਹੋ ਗਿਆ, ਹਨੇਰਾ ਹੈਗਾ ਸੀ, ਸਾਨੂੰ ਨਜ਼ਰ ਨਹੀਂ ਸੀ ਆਉਂਦਾ। ਔਰ ਇਸ ਤਰ੍ਹਾਂ ਦੇ ਵਾਕਿਆਤ ਉਹ ਰਾਤ ਨੂੰ ਕਰਦਾ ਹੁੰਦਾ ਸੀ। ਜਿਹੜਾ ਕੋਈ ਡਿੱਗ ਵੀ ਜਾਂਦਾ ਸੀ ਨਾ, ਸਾਨੂੰ ਲੱਭਦਾ ਹੀ ਨਹੀਂ ਸੀ ਹੁੰਦਾ, ਦੁਬਾਰਾ ਨਾ ਨਜ਼ਰ ਆਉਂਦਾ ਸੀ। ਆਸਤਾ ਆਸਤਾ ਬੰਦੇ ਇਸ ਤਰੀਕੇ 40-50 ਬੰਦੇ ਉਹਨੇ ਸਾੜਤੇ। 3 ਦਿਨਾਂ ਦੇ ਵਿੱਚ ਉਹਨੇ 40-50 ਬੰਦੇ ਵਿੱਚੋਂ ਬੋਰਡ ਦੇ ਸਾੜਤੇ ਸੀ ਥੱਲੇ। ਜਿਹੜੇ ਉਹ ਬੰਦੇ ਥੱਲੇ ਸੁੱਟਦਾ ਸੀ, ਉਹ ਚੀਖੋ ਪੁਕਾਰ ਨਹੀਂ ਸੀ ਕਰਦੇ? ਉਹ ਐ ਨਹੀਂ ਸੀ ਕਹਿੰਦੇ ਸਾਨੂੰ ਬਚਾਓ? ਸਾਨੂੰ ਉਹਨਾਂ ਦੀਆਂ 2-3 ਆਵਾਜ਼ਾਂ ਹੀ ਆਉਂਦੀਆਂ ਸੀ ਅੰਧੇਰੇ ਦੇ ਵਿੱਚ ਕਿ ਅਸੀਂ ਡਿੱਗ ਗਏ ਹਾਂ, ਸਾਡੀ ਹੈਲਪ ਕਰੋ, ਸਾਨੂੰ ਬਚਾਓ। ਸਾਨੂੰ ਉਹ ਨਜ਼ਰ ਨਹੀਂ ਸੀ ਆਉਂਦੇ। 3-4 ਦਿਨਾਂ ਦੇ ਵਿੱਚ ਉਹਨੇ ਇਸ ਤਰੀਕੇ ਨਾਲ ਬੰਦੇ, ਪਤਾ ਨਹੀਂ ਉਹ ਕੋਈ ਐਡਾ ਟ੍ਰੇਨ ਹੈਗਾ ਸੀ ਕਿ ਜਾਂ ਉਹਦਾ ਕੰਮ ਸੀ ਇਹ ਲਾ, ਉਹ ਕੰਮ ਇਸ ਤਰੀਕੇ ਨਾਲ ਕਰਦਾ ਸੀ, ਸਾਨੂੰ ਖੁਦ ਨੂੰ ਨਜ਼ਰ ਹੀ ਨਹੀਂ ਸੀ ਆਉਂਦਾ ਬੰਦਾ ਕਿਹੜਾ ਕਿਸ ਟਾਈਮ ਡਿੱਗ ਗਿਆ। 3 ਦਿਨ ਸਾਡੀ ਸ਼ਿਪ ਇਸ ਤਰੀਕੇ ਨਾਲ ਚੱਲਦੀ ਰਹੀ ਹੈ। ਸਾਨੂੰ ਨਹੀਂ ਸੀ ਪਤਾ ਲੱਗਦਾ ਕਿ ਉਹ ਵਾਪਸ ਸਾਨੂੰ ਘੁਮਾ ਕੇ ਉੱਥੇ ਹੀ ਲੈ ਆਉਂਦਾ ਸੀ ਕਿ ਕਿਹੜੀ ਜਗ੍ਹਾ 'ਤੇ ਲਿਜਾ ਰਿਹਾ, ਕਿਹੜੀ ਜਗ੍ਹਾ 'ਤੇ ਨਹੀਂ ਲਿਜਾ ਰਿਹਾ। ਜਿਸ ਦਿਨ ਚੌਥੀ ਰਾਤ ਸਾਡੇ 'ਤੇ ਆਈ ਹੈ, ਉਹਨੇ ਇਸ ਤਰੀਕੇ ਦੇ ਨਾਲ ਸ਼ਿਪ ਨੂੰ ਕੋਸ਼ਿਸ਼ ਕੀਤੀ ਕਿ ਇੱਕ ਬੰਦਾ ਵੀ ਨਾ ਬਚੇ, ਸਾਰੇ ਦੇ ਸਾਰੇ ਬੰਦੇ ਡਿੱਗ ਜਾਣ। ਔਰ ਡਿੱਗ ਅਸੀਂ ਵੀ ਜਾਣਾ ਸੀ। ਅਸੀਂ ਕੋਈ ਉਹਦੇ ਵਿੱਚੋਂ 150 ਬੰਦੇ ਦੇ ਵਿੱਚੋਂ 160 ਬੰਦਿਆਂ ਦੇ ਵਿੱਚੋਂ 8 ਤੋਂ 9 ਬੰਦੇ ਬਚੇ ਹਾਂ। ਅੱਲਾਹ ਪਾਕ ਦਾ ਸ਼ੁਕਰ ਹੈ ਕਿ ਮੇਰਾ ਕੋਈ ਵਜੂਦ ਹੋ ਰਿਹਾ ਸੀ, ਮੈਂ ਆਪਣੇ ਆਪ ਨੂੰ ਕਵਰ ਕਰ ਜਾਣਾ ਸਾਂ। ਬਾਕੀ ਸਾਰੇ ਬੰਦੇ ਉਹਨੇ ਸਮੁੰਦਰ ਦੇ ਵਿੱਚ ਸੁੱਟ ਦਿੱਤੇ ਸਨ? ਬਾਕੀ ਉਹਨੇ ਸਾਰੇ ਬੰਦੇ ਸਮੁੰਦਰ ਹੀ ਸਾੜਤੇ ਨੇ। ਔਰ ਇਹ ਹੀ ਕਹਿੰਦਾ ਸੀ ਕਿ ਮੇਰੀ ਕੋਈ ਗਲਤੀ ਨਹੀਂ ਹੈ, ਇਹ ਕੋਈ ਲਹਿਰ ਆ ਰਹੀ ਸਮੁੰਦਰ ਦੀ, ਲਹਿਰ ਦੀ ਵਜ੍ਹਾ ਤੋਂ ਹੋ ਗਿਆ ਜਾਂ ਇਸ ਤਰੀਕੇ ਨਾਲ ਹੋ ਗਿਆ। ਇਹ ਤਾਂ ਉਨੀ ਦੇਰ ਤੱਕ ਅਸੀਂ ਉਹਨੂੰ ਕਹਿੰਦੇ ਰਹੇ ਨਾ ਜਿੰਨੀ ਦੇਰ ਤੱਕ 40-50 ਬੰਦੇ ਘਟੇ ਨੇ। ਜਿਸ ਟਾਈਮ ਉਹਨੇ ਯਕਦਮ ਇੰਝ ਕੀਤਾ ਨਾ, ਅਸੀਂ ਆਵਾਜ਼ ਵੀ ਨਹੀਂ ਆਪਣੀ ਕੱਢੀ ਕਿ ਜਿਹੜੇ ਬੰਦੇ ਬਚੇ ਸੀ। ਔਰ 2-3 ਬੰਦੇ ਐਸੇ ਹੈਗੇ ਸੀ ਜਿਹੜਾ ਕਿ ਇੰਨਾ ਸਫ਼ਰ ਦੂਰ ਚਲੇ ਗਿਆ ਸੀ ਪਾਣੀ ਦੇ ਵਿੱਚ, ਉਹਨਾਂ ਨੇ ਕੋਸ਼ਿਸ਼ ਕਰਕੇ ਸ਼ਿਪ ਦੇ ਕੋਲ ਆ ਗਿਆ ਔਰ ਉਹਨਾਂ ਨੇ ਮਜ਼ਬੂਤੀ ਦੇ ਨਾਲ ਉਹਨੂੰ ਫੜੀ ਰੱਖਿਆ ਕਿ ਡਰਾਈਵਰ ਨੂੰ ਇਹ ਮਹਿਸੂਸ ਹੋਇਆ ਕਿ ਸ਼ਿਪ ਖਾਲੀ ਹੋ ਗਈ, ਸਾਰੇ ਦੇ ਸਾਰੇ ਬੰਦੇ ਡਿੱਗ ਗਏ ਨੇ। ਔਰ 2-3 ਘੰਟੇ ਅਸੀਂ ਸ਼ਿਪ ਦੇ ਨਾਲ ਇੰਝ ਮਜ਼ਬੂਤੀ ਦੇ ਨਾਲ ਹੱਥ ਪਾ ਕੇ ਰੱਖੇ ਨੇ ਕਿ ਆਪਣੀ ਜਾਨ ਨੂੰ ਮਹਿਫੂਜ਼ ਰੱਖਿਆ। ਕੁਛ ਦੇਰ ਬਾਅਦ 3-4 ਘੰਟਿਆਂ ਦੇ ਬਾਅਦ ਆਈ ਹੈ ਤੁਰਕੀ ਦੀ ਪੁਲਿਸ, ਉਹਨਾਂ ਨੇ ਸਾਨੂੰ ਅਰੈਸਟ ਕੀਤਾ। ਸਾਡੀ ਅਰੈਸਟ ਵੀ ਕੀਤਾ, ਸਾਡੀ ਉਹਨਾਂ ਨੇ ਜਾਨ ਉਹਨਾਂ ਨੇ ਬਚਾਈ ਹੈ। ਅਸੀਂ ਤਾਂ ਖੁਦ ਅਰੈਸਟ ਹੋਣ ਨੂੰ ਤਿਆਰ ਸਾਂ, ਆਪਣੀ ਜਾਨ ਬਚਾ ਰਹੇ ਸੀ।
ਅਸੀਂ ਸਾਨੂੰ ਉਹਨਾਂ ਨੇ ਅਰੈਸਟ ਕਰਕੇ ਲੈ ਗਏ ਨੇ। ਕਿੰਨੇ ਦਿਨ ਸਾਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ, ਸਾਡੇ ਕੋਲ ਨਾ ਪੁੱਛਿਆ ਦੱਸਿਆ ਵੀ ਕੀ ਸੂਰਤ ਹਾਲ ਸੀ। ਤੁਰਕੀ ਦੀ ਪੁਲਿਸ ਨੇ ਤੁਹਾਨੂੰ ਅਰੈਸਟ ਕੀਤਾ, ਉਸ ਤੋਂ ਬਾਅਦ ਉਹਨੇ ਪਾਕਿਸਤਾਨ ਭੇਜ ਦਿੱਤਾ। ਹਾਂਜੀ, ਸਾਨੂੰ ਉਹਨਾਂ ਨੇ ਪਾਕਿਸਤਾਨ ਵੀ ਇਸ ਤਰੀਕੇ ਐਡੀ ਆਸਾਨੀ ਨਾਲ ਨਹੀਂ ਭੇਜਿਆ। ਉਹ ਬੜੇ ਤਸ਼ੱਦਦ ਸਾਡੇ ਤੇ ਕੀਤਾ ਉਹਨਾਂ ਨੇ। ਤੋਂ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਵੀ ਡਾਕ ਦਿਆਂਗੇ ਕਿ ਇਹ ਕੰਮ ਨਹੀਂ ਕਰਨਾ। ਐਡਾ ਪਾਕ ਨੇ ਐਡਾ ਪਿਆਰਾ ਪਾਕਿਸਤਾਨ ਮੁਲਕ ਬਣਾਇਆ ਕਿ ਅਸੀਂ ਇਹਨੂੰ ਖੁਦ ਛੱਡਦੇ ਹਾਂ, ਔਰ ਇਹ ਛੱਡਣ ਵਾਲਾ ਮੁਲਕ ਨਹੀਂ ਹੈ।